उनकी रिपोर्ट्स ठीक नहीं आई थी, उनका कोलेस्ट्रॉल भी काफ़ी हाई था और रिपोर्ट्स में 2-3 पैरामीटर्स में और प्रॉब्लम थी। जय गुरु जी, शुक्राना गुरु जी, कोटि कोटि प्रणाम मेरे गुरु जी, लख लख बार शुक्राना मेरे गुरु जी। सारी संगत को मेरा जय गुरु जी, रूहानी आंटी ਨੂੰ ਮੇਰਾ ਜੈ ਗੁਰੂ ਜੀ। ਸੰਗਤ ਜੀ, ਅੱਜ ਵੀਰਵਾਰ ਦਾ ਦਿਨ ਗੁਰੂ ਚਰਨਾਂ 'ਚ ਛੋਟਾ ਜਿਹਾ ਸਤਸੰਗ ਲੈ ਕੇ ਆਈ ਹਾਂ ਮੈਂ। ਪਹਿਲਾਂ ਮੈਂ ਆਪਣਾ ਮੰਤਰ ਜਾਪ ਕਰਦੀ ਹਾਂ। ਓਮ ਨਮः शिवाय, शिव जी सदा सहाय। ओम नमः शिवाय, मेरे गुरु जी सदा सहाय। ओम नमः शिवाय, शिव जी सदा सहाय। ओम नमः शिवाय, मेरे गुरु जी सदा सहाय। जय जय गुरु जी, धन धन गुरु जी। संगत जी, कल सत्संग रूहानी आंटी ਦੇ ਚੈਨਲ ਤੋਂ ਜਿਹੜਾ ਆਇਆ, ਮੇਰਾ ਸਤਸੰਗ ਬਹੁਤ ਦੇਰ ਤੋਂ ਪਾਇਆ ਸੀਗਾ, ਉਹਦਾ ਜਵਾਬ ਗੁਰੂ ਮਹਾਰਾਜ ਜੀ ਨੇ ਦਿੱਤਾ ਹੈ ਕਿ तेरे ऊपर बेटी, तेरे ऊपर बहुत भारी ब्लैक मैजिक किया हुआ है, तेरे अपने ही किसी ने किया हुआ है। हे मेरे गुरु महाराज जी, मैं तो जानती नहीं गई और ना ही मेरे नॉलेज कोई है इदां दा बंदा, क्योंकि मेरे लिए तो सारे एक है, चंगे ही लगते हैं। पता नहीं किसी के दिल च की है बुराई। गुरु महाराज जी तुसी जानी जान है, जो कुछ भी कोई बुरा करता है, मेरा अपना या बाहरला कोई भी है, मैं तो यही कहूँगी तुसी ਉਹਨੂੰ ਆਪਣੇ ਚਰਨਾਂ ਨਾਲ ਲਾਓ। ਉਹਦੀਆਂ ਬੁਰੀਆਂ ਜੋ ਵੀ ਗਲਤੀਆਂ ਉਹਦੀਆਂ क्षमा करके ਉਹਨੂੰ ਆਪਣੇ ਚਰਨਾਂ ਨਾਲ ਲਾਓ, ਉਹਦੀ ਅੱਛੀ ਬੁੱਧੀ ਬਣਾਓ, ਬੁਰੇ ਕਰਮ ਛੱਡ ਦੇਵੇ, ਬੁਰੇ ਕੰਮ ਕਰਨੇ ਛੱਡ ਦੇਵੇ। ਜੋ ਵੀ ਕੋਈ ਤੰਤਰ ਮੰਤਰ ਕਰਦਾ ਵੈ, ਇਹਦੇ ਵਿੱਚ ਕਿਸੇ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ, ਜਿਹਦਾ ਨੁਕਸਾਨ ਵੀ ਨਹੀਂ। ਚਲੋ ਸਾਡੇ ਗੁਰੂ ਮਹਾਰਾਜ ਜੀ ਬੈਠੇ, ਸਾਡਾ ਨੁਕਸਾਨ ਨਹੀਂ ਹੋਊਗਾ, ਉਹ ਸਾਡੇ ਤੇ ਹੱਥ ਰੱਖਿਆ ਹੋਇਆ ਮੇਰੇ ਗੁਰੂ ਮਹਾਰਾਜ ਨੇ ਸਾਡੇ ਤੇ, ਸਾਡਾ ਬਾਲ ਬੰਕਾ ਨਹੀਂ ਉਹਨਾਂ ਨੇ ਹੋਣ ਦੇਣਾ। ਪਰ ਬੁਰਾ ਕਰਨ ਵਾਲੇ ਦਾ ਰਹਿਣਾ ਵੀ ਕੁਛ ਨਹੀਂ ਹੁੰਦਾ ਗਾ। ਜਿਹੜਾ ਕੋਈ ਬੁਰਾ ਕਰਦਾ ਨਾ, ਉਹ ਕਦੇ ਤਰੱਕੀਆਂ ਨਹੀਂ ਮਿਲਦੀਆਂ ਹੁੰਦੀਆਂ, ਕਿਸੇ ਦਾ ਗੇਰ ਕੇ, ਕਿਸੇ ਨੂੰ ਨੀਵਾਂ ਕਰਕੇ ਕੋਈ ਦੂਜਾ ਤਰੱਕੀ ਕਰ ਲਵੇ। ਮੇਰੇ ਗੁਰੂ ਮਹਾਰਾਜ ਜੀ, ਮੈਂ ਕੱਲ ਸਤਸੰਗ ਸੁਣਿਆ, ਪਹਿਲਾਂ ਤਾਂ ਮੈਨੂੰ ਥੋੜਾ ਜਿਹਾ ਲੱਗਿਆ ਕਿ ਵੀ ਪਤਾ ਨਹੀਂ ਕੌਣ ਹੈ ਸਾਡਾ ਆਪਣਾ, ਤੁਸੀਂ ਕਿਹਾ ਕਿ ਤੁਹਾਡਾ ਆਪਣਾ। ਤੇ ਮੈਂ ਪਹਿਲਾਂ ਵੀ ਸਤਸੰਗ 'ਚ ਦੱਸ ਚੁੱਕੀ ਹਾਂ, ਚਾਹੇ ਭੈਣ ਭਰਾ ਰਿਸ਼ਤੇਦਾਰੀਆਂ ਹੈਗੀਆਂ ਗੁਰੂ ਮਹਾਰਾਜ ਜੀ, ਪਰ ਮੈਂ ਕਿਸੇ ਦੇ ਘਰ ਨਹੀਂ ਜਾਂਦੀ, ਨਾ ਮੇਰੀ ਕਿਸੇ ਨਾਲ ਹੈਗੀ ਹੈ। ਮੈਂ ਆਪਣੇ ਘਰ 'ਚ ਹੀ ਬਸ ਲੀਨ ਰਹਿੰਦੀ ਹਾਂ, ਆਪਣੇ ਕੰਮਾਂ ਕਾਰਾਂ 'ਚ, ਆਪਣੇ ਪਰਿਵਾਰ 'ਚ। ਮੈਨੂੰ ਇੰਨੀ ਫੁਰਸਤ ਨਹੀਂ ਮਿਲਦੀ ਮੈਂ ਕਿਸੇ ਦੇ ਘਰ ਜਾਵਾਂ ਆਵਾਂ, ਨਹੀਂ। ਸਾਲ ਸਾਲ 2-2 ਸਾਲ ਬਾਅਦ ਮੈਂ ਕਿਤੇ ਕਿਸੇ ਨੂੰ ਮਿਲਦੀ ਹਾਂ। ਜੇ ਕੋਈ ਬੁਰਾ ਕੰਮ ਕਰਦਾ ਵੈ, ਮੇਰੇ ਗੁਰੂ ਮਹਾਰਾਜ ਜੀ ਉਹਨੂੰ ਆਪਣੇ ਚਰਨਾਂ ਨਾਲ ਲਾਓ, ਉਹਨੂੰ ਆਪਣੇ ਚਰਨਾਂ ਨਾਲ ਲਾਓ। ਜੋ ਵੀ ਸਾਡੇ ਘਰ ਦਾ ਬੰਧਨ ਕੀਤਾ ਹੋਇਆ ਵੈ, ਸਾਡੇ ਪਰਿਵਾਰ ਦੇ ਉੱਪਰ, ਸਾਡਾ ਕੰਮਕਾਰ ਰੁਕਿਆ ਹੋਇਆ ਵੈ, ਗੁੜੀਆ ਦਾ ਵੀ ਕੰਮ ਕਰਦੇ ਆ, ਰੋਕ ਆਉਂਦੀ ਹੈ ਵਿੱਚ। ਮੇਰੇ ਮਾਲਕਾ ਤੁਸੀਂ ਕਿਰਪਾ ਬਣਾਓ ਸਾਡੇ ਤੇ। ਇਸ ਟਾਈਮ ਸਾਡਾ ਕੋਈ ਆਪਣਾ ਨਹੀਂ ਹੈ, ਮੇਰੇ ਤਾਂ ਬਸ ਗੁਰੂ ਮਹਾਰਾਜ ਜੀ। ਮੈਂ ਪਹਿਲੇ ਦਿਨ ਹੀ ਕਿਹਾ ਸੀ ਵੀ ਮੇਰਾ ਕੋਈ ਨਹੀਂ, ਮੇਰੇ ਤਾਂ ਗੁਰੂ ਮਹਾਰਾਜ ਜੀ ਹੈ। ਜਿਸ ਦਿਨ ਮੈਂ ਗੁਰੂ ਮਹਾਰਾਜ ਜੀ ਦੇ ਨਾਲ ਜੁੜੀ ਸੀ, ਬਸ ਸਤਸੰਗ ਸੁਣਦੀ ਸੀ YouTube ਤੋਂ, ਸਭ ਦੁਨੀਆ ਦੇ ਚੰਗੇ ਮਾੜੇ ਲੋਕੀ ਦੁਖੀ ਬਥੇਰੇ ਬੈਠੇ ਹੋਏ ਸੀਗੇ, ਤਾਂ ਮੈਨੂੰ ਇਹੀ ਲੱਗਦਾ ਸੀ ਵੀ ਇੱਕ ਇਹੀ ਸਹਾਰਾ ਹੈ, ਇਹੀ ਚੈਨਲ ਹੈ ਜਿੱਥੇ ਆਪਣਾ ਆਪਾਂ ਦੁੱਖ ਸੁੱਖ, ਮਨ ਦੀਆਂ ਭਾਵਨਾਵਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਰੱਖ ਸਕਦੇ ਹਾਂ, ਸੁਣਾ ਸਕਦੇ ਹਾਂ। ਤਾਂ ਗੁਰੂ ਮਹਾਰਾਜ ਜੀ ਉਹਦਾ ਹੱਲ ਵੀ ਦੱਸਦੇ ਹੈ। ਹੋਰ ਕਿਹੜੀ ਚੀਜ਼ ਇਹੋ ਜਿਹੀ ਆਪਾਂ ਨੂੰ ਚਾਹੀਦੀ ਹੈ ਕਿ ਇੰਨੀ ਛੇਤੀ, ਦੇਖੋ ਅਸੀਂ ਪੰਡਤਾਂ ਪੁੰਡਤਾਂ ਦੇ ਤਾਂ ਜਾਂਦੇ ਹੀ ਨਹੀਂ, ਨਾ ਕਦੇ ਪੁੱਛ ਦੱਸ ਕਰਦੇ ਹਾਂ, ਨਾ ਮੈਂ ਇਹਨਾਂ ਵਹਿਮਾਂ ਭਰਮਾਂ 'ਚ ਪੈਂਦੀ ਹਾਂ। ਸ਼ੁਰੂ ਤੋਂ ਹੀ ਪਾਠ ਪੂਜਾ ਕਰਦੇ ਹਾਂ, ਭਗਵਾਨ ਦੇ ਚਰਨਾਂ 'ਚ ਲੱਗੇ ਹਾਂ। ਪਤਾ ਨਹੀਂ ਸਾਡਾ ਹੱਥ ਗੁਰੂ ਮਹਾਰਾਜ ਜੀ ਨੇ ਤਾਂ ਹੀ ਪੜਿਆ। ਮੇਰੇ ਮਾਲਕਾ, ਜੋ ਸਤਸੰਗ ਦਿੱਤਾ ਸਾਨੂੰ, ਤਾਂ ਆਪਣੇ ਗੁਰੂ ਮਹਾਰਾਜ ਤੇ ਪੂਰਾ ਯਕੀਨ ਹੈ। ਅਸੀਂ ਆਪਣੇ ਮਹਾਰਾਜ ਨੂੰ ਸੁਬਾਹ ਸ਼ਾਮ ਹਰ ਵੇਲੇ ਇਹੀ ਪੁਕਾਰ ਕਰਦੇ ਹਾਂ ਕਿ ਗੁਰੂ ਮਹਾਰਾਜ ਜੀ ਸਾਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰਿਓ। ਬੁਰੀਆਂ ਸ਼ਕਤੀਆਂ ਜੋ ਕੋਈ ਛੱਡਦਾ, ਉਹਨੂੰ ਆਪਣੇ ਚਰਨਾਂ ਨਾਲ ਲਾਓ, ਘਰ ਪਰਿਵਾਰ 'ਚ ਪਿਆਰ ਪਵਾਓ, ਦੁੱਖ ਦਲਿੱਦਰ ਦੂਰ ਕਰੋ। ਹਰ ਵੇਲੇ ਤੁਹਾਡਾ ਨਾਮ ਸਿਮਰਨ ਲੈਂਦੇ ਰਹੀਏ, ਸਾਨੂੰ ਕੁਛ ਨਹੀਂ ਚਾਹੀਦਾ। ਮੇਰੇ ਗੁਰੂ ਮਹਾਰਾਜ ਜੀ, ਸ਼ਿਵਪੁਰਾਣ ਹੁਣ ਸਾਡਾ ਦੋਨਾਂ ਦਾ ਪੂਰਾ ਹੋ ਗਿਆ। ਅੰਕਲ ਜੀ ਦਾ ਅੱਜ ਹੋਇਆ, ਮੇਰਾ ਕੱਲ ਸ਼ਾਮ ਵੇਲੇ ਹੋ ਗਿਆ ਸੀਗਾ। ਅੱਜ ਸ਼ਿਵਪੁਰਾਣ ਦਾ ਅਸੀਂ ਭੋਗ ਪਾ ਦਾਂਗੇ ਗੁਰੂ ਚਰਨਾਂ ਦੇ ਵਿੱਚ। ਜੇ ਕੋਈ ਸ਼ਿਵਪੁਰਾਣ ਪੜ੍ਹਦੇ ਸਾਡੇ ਪਰਿਵਾਰ ਤੋਂ ਕੋਈ ਗਲਤੀ ਹੋ ਗਈ ਹੋਵੇ, ਹੇ ਮੇਰੇ ਮਾਲਕਾ ਸਾਨੂੰ ਮਾਫ਼ ਕਰਿਓ, ਮਾਫ਼ ਕਰਿਓ, ਮਾਫ਼ ਕਰਿਓ। ਭੁੱਲਣਹਾਰ ਹੈ, ਗਲਤੀਆਂ ਦੇ ਪੁਤਲੇ ਹੈ ਮੇਰੇ ਗੁਰੂ ਮਹਾਰਾਜ ਜੀ।
ਅਸੀਂ ਤਾਂ ਹਰ ਵੇਲੇ ਬਸ ਪਾਠ ਪੂਜਾ ਦੇ ਵਿੱਚ ਚੰਗੇ ਕੰਮਾਂ 'ਚ ਹੀ ਲੱਗਣਾ ਚਾਹੁੰਦੇ ਹਾਂ। ਸਾਡੀ ਬੁੱਧੀ ਜਦੋਂ ਕੋਈ ਇੱਧਰ ਉੱਧਰ ਬੁਰੇ ਕਰਮ ਕਰ ਦਿੰਦਾ, ਉਦੋਂ ਬੁੱਧੀ ਵੀ ਖਰਾਬ ਹੋ ਜਾਂਦੀ ਹੈ। ਰੱਖੀਆਂ ਚੀਜ਼ਾਂ ਭੁੱਲ ਜਾਂਦੇ ਆ, ਘਰ ਦੇ ਵਿੱਚ ਕਲਾ ਕਲੇਸ਼ ਆ ਜਾਂਦੀ ਹੈ, ਕੰਮ ਕਾਰ ਰੁਕ ਜਾਂਦੇ ਆ। ਅੰਕਲ ਜੀ ਦੀ ਦੁਕਾਨ ਤੇ ਕੰਮ ਥੋੜਾ ਚੱਲਣ ਲੱਗਾ ਸੀ, ਫਿਰ ਬੰਦ ਹੋਇਆ ਹੋਇਆ ਵੈ। ਗੁੜੀਆ ਵੀ ਗਰਮ ਰਹਿੰਦੀ ਹੈ, ਪਤਾ ਨਹੀਂ ਕਿਉਂ ਇੰਨੀ ਟੈਨਸ਼ਨ ਕਿਸੇ ਨੇ ਪਾਈ ਹੈ। ਇਹ ਮੇਰੇ ਗੁਰੂ ਮਹਾਰਾਜ ਜੀ, ਬਸ ਹੱਸਦਾ ਰਸਦਾ ਪਰਿਵਾਰ ਉਸ ਤਰ੍ਹਾਂ ਹੀ ਸਾਡਾ ਬਣਾ ਦਿਓ। ਤੇ ਜੇਕਰ ਸਾਡੇ ਤੋਂ ਕੋਈ ਭੁੱਲਾਂ ਚੁੱਕਾਂ ਗਲਤੀਆਂ, ਕੋਈ ਬੁਰਾ ਕਰਮ ਕੀਤਾ ਹੋਵੇ, ਸਾਨੂੰ ਮਾਫ ਕਰਿਓ ਮੇਰੇ ਦਾਤਿਆ, ਸਾਨੂੰ ਮਾਫ ਕਰਿਓ। ਸੰਗਤ ਜੀ, ਐਤਵਾਰ ਗੁਰੂ ਮਹਾਰਾਜ ਦਾ ਸਤਸੰਗ ਸੀ ਇੱਥੇ ਸਾਡੇ ਮੋਗੇ ਦੇ ਵਿੱਚ। ਅਸੀਂ ਜਾ ਕੇ ਆਏ, ਬਹੁਤ ਸੋਹਣਾ ਸਤਸੰਗ ਹੋਇਆ। ਥੋੜੇ ਮਤਲਬ ਕਿ ਸੀਗੇ ਸੰਗਤਾਂ, ਤਾਂ ਬੜੇ ਆਰਾਮ ਦੇ ਨਾਲ ਸੁਣਿਆ ਸਾਰਾ ਸਤਸੰਗ। ਅੱਖਾਂ 'ਚ ਆਂਸੂ ਆਉਂਦੇ ਰਹੇ। ਮਾਲਕ ਦਾ ਰੂਪ ਸਾਹਮਣੇ ਆਇਆ ਹੋਇਆ ਸੀ। ਬਸ ਦਿਲ ਦੇ ਵਿੱਚ ਇਹੀ ਬਾਤ ਸੀ, ਇਹ ਗੁਰੂ ਮਹਾਰਾਜ ਜੀ ਸਾਡੀਆਂ ਹਾਜ਼ਰੀਆਂ ਮਨਜ਼ੂਰ ਕਰਿਓ। ਸਾਡਾ ਸਤਸੰਗ ਸੁਣਦੇ ਕਿਤੇ ਭੜਕ ਜੀ ਇੱਧਰ ਉੱਧਰ ਮਨ ਚਲਿਆ ਜਾਵੇ, ਸਾਨੂੰ ਮਾਫ ਕਰਿਓ, ਪਾਪੀ ਜੀਵ ਆ ਸੀ। ਤੇ ਗੁਰੂ ਮਹਾਰਾਜ ਜੀ, ਹੁਣ ਐਤਵਾਰ ਫਿਰ ਸਾਡੇ ਸਤਸੰਗ ਆ ਰਿਹਾ ਗੁਰੂ ਮਹਾਰਾਜ ਜੀ ਦਾ, ਤਾਂ ਹਿੰਮਤ ਦਿਓ, ਸ਼ਕਤੀ ਦਿਓ। ਤੁਸੀਂ ਲਿਜਾਣ ਵਾਲੇ ਆ, ਅਸੀਂ ਜਾਣ ਜੋਗੇ ਇੰਨੇ ਹੈ ਨਹੀਂ ਗੇ ਮੇਰੇ ਦਾਤਿਆ। ਮੈਂ ਤਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਗੱਲ ਕੀਤੀ ਹੈ ਕਿ ਇਹ ਮੇਰੇ ਦਾਤਿਆ, ਮੈਂ ਛਤਰਪੁਰ ਮੰਦਿਰ ਨਹੀਂ ਆ ਸਕਦੀ। ਤੁਸੀਂ ਜਾਣੀ ਜਾਣ ਹੈ, ਮੇਰੀਆਂ ਸਾਰੀਆਂ ਤਕਲੀਫਾਂ ਤੁਹਾਨੂੰ ਪਤਾ ਵੈ। ਬਸ ਮੈਂ ਇਹ ਜ਼ਰੂਰ ਕਰ ਸਕਦੀ ਹਾਂ, ਇੰਨੀ ਸ਼ਕਤੀ ਮੈਨੂੰ ਦਿਓ ਕਿ ਮੇਰੇ ਮੋਗੇ ਦੇ ਵਿੱਚ ਜਿੰਨੇ ਵੀ ਸਤਸੰਗ ਦਾ ਸਾਨੂੰ ਸੱਦਾ ਆਵੇ, ਸਾਡੀ ਸੇਵਾ ਲੱਗੇ, ਮੈਂ ਉਹ ਕਦੇ ਵੀ ਮਿਸ ਨਾ ਕਰਾਂ। ਗੁਰੂ ਮਹਾਰਾਜ ਜੀ, ਹੱਸਦੇ ਹੱਸਦੇ ਗੁਰੂ ਮਹਾਰਾਜ ਦੇ ਚਰਨਾਂ 'ਚ ਪਹੁੰਚੀਏ। ਅਜੇ ਤੱਕ ਤਾਂ ਬਿਲਕੁਲ ਹੀ ਪਹੁੰਚੇ ਆ, ਕਦੇ ਵੀ ਰੋਕ ਨਹੀਂ ਸਾਡੇ ਘਰ ਆਈ। ਮਾਲਕ ਨੇ ਬਹੁਤ ਕਿਰਪਾ ਕੀਤੀ ਹੈ, ਗੁੜੀਆ ਦੀ ਸੇਵਾ ਲਵਾਈ ਹੋਈ ਹੈ। ਮੇਰੇ ਮਾਲਕਾ, ਬਸ ਇਹੀ ਸਾਡੀ ਦਿਨ ਰਾਤ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਸਤਸੰਗ ਦੇ ਵਿੱਚ ਅਸੀਂ ਪਰਿਵਾਰ ਸਾਰਾ ਪਹੁੰਚੀਏ, ਤੁਹਾਡੇ ਚਰਨਾਂ 'ਚ ਬੈਠੀਏ। ਜੋ ਸਾਡੇ ਅੰਦਰ ਬੁਰੀਆਂ ਭਾਵਨਾ, ਉਹਨਾਂ ਨੂੰ ਨਸ਼ਟ ਕਰ ਦਿਓ। ਜੋ ਕੀਤੇ ਕਰਾਏ ਦਾ ਚੱਕਰ ਆਇਆ, ਉਹਨੂੰ ਮਹਾਰਾਜ ਨਸ਼ਟ ਕਰ ਦਿਓ। ਅਸੀਂ ਨਹੀਂ ਜਾਣਦੇ ਕੌਣ ਹੈ, ਕਿਹੜੇ ਭੈਣ ਭਰਾ ਹੈ। ਗੁਰੂ ਮਹਾਰਾਜ ਜੀ, ਜਦੋਂ ਜੁਆਇੰਟ ਫੈਮਲੀਆਂ 'ਚ ਰਹਿੰਦੇ ਆ ਨਾ, ਤਾਂ ਥੋੜਾ ਜਿਹਾ ਫਰਕ ਪੈਂਦਾ ਵਾ। ਮਾਂ ਬਾਪ ਨਾ ਹੋਣ ਕਰਕੇ ਭੈਣਾਂ ਭਰਾਵਾਂ 'ਚ ਥੋੜਾ ਜਿਹਾ ਨਾ, ਪ੍ਰਾਪਰਟੀਆਂ ਦੇ ਅੱਜ ਕੱਲ੍ਹ ਘਰ ਘਰ ਵਿੱਚ ਰੋਲੇ ਪੈਂਦੇ ਆ। ਤਾਂ ਜਦੋਂ ਫਿਰ ਉਹ ਵੰਡੇ ਪੈਂਦੇ ਆ ਮਾਂ ਬਾਪ ਤੋਂ ਬਾਅਦ, ਕੁੜੀਆਂ ਤਾਂ ਹੱਕਦਾਰੀ ਨਹੀਂ ਹੁੰਦੀਆਂ। ਮੈਂ ਤਾਂ ਕਹਿੰਦੀ ਹਾਂ, ਘਰ ਦੀ ਪ੍ਰਾਪਰਟੀ ਕੁੜੀਆਂ ਜਦੋਂ ਵਿਆਹ ਹੋ ਗਏ, ਕੁੜੀਆਂ ਨਹੀਂ ਲੈਂਦੀਆਂ, ਬੇਟਿਆਂ ਦੀ ਹੁੰਦੀ ਹੈ। ਪਰ ਜਦੋਂ ਬੇਟੇ ਆਪਸ ਵਿੱਚ ਲੜ ਪੈਂਦੇ ਆ, ਤਾਂ ਫਿਰ ਗੁਰੂ ਮਹਾਰਾਜ ਜੀ, ਜਦੋਂ ਪਰਿਵਾਰ ਇਕੱਠੇ ਬਹਿੰਦੇ ਆ, ਫਿਰ ਜਿਹੜਾ ਭਰਾ ਥੋੜਾ ਜਿਹਾ ਕਮਜ਼ੋਰ ਹੈ, ਰੋਟੀ ਤੋਂ ਵੀ ਆਵਾਜ਼ਾਰ ਹੋਇਆ, ਜਾਂ ਉਹਦੇ ਬੱਚੇ ਪੜ੍ਹਦੇ ਆ, ਛੋਟੇ ਪਰਿਵਾਰ ਹੈ, ਛੋਟੀ ਉਮਰ ਵਾਲੇ ਹੈ, ਕੋਈ ਆਮਦਨ ਦਾ ਸੋਰਸ ਨਹੀਂ, ਭੈਣਾਂ ਲਈ ਤਾਂ ਸਾਰੇ ਭਰਾ ਇੱਕੋ ਜਿਹੇ ਹੁੰਦੇ ਆ। ਲੋੜਵੰਦਾਂ ਨੂੰ ਦੇਣਾ ਚਾਹੀਦਾ। ਅੰਦਰੋਂ ਤਾਂ ਇਹੀ ਆਵਾਜ਼ ਆਉਂਦੀ ਸੀ ਵੀ ਇਹ ਲੋੜਵੰਦ ਦਾ ਛੋਟਾ ਭਰਾ ਸੀ, ਉਹਨੂੰ ਪ੍ਰਾਪਰਟੀ ਆਪਦੀ, ਜੋ ਸਾਡੇ ਭੈਣਾਂ ਦਾ ਹਿੱਸਾ ਚਾਰਾਂ ਦਾ ਹੁੰਦਾ ਸੀ, ਅਸੀਂ ਛੋਟੇ ਬ੍ਰਦਰ ਨੂੰ ਆਪਣੇ ਨੂੰ ਦੇ ਦਿੱਤਾ। ਉਹਦੇ ਕਾਰਨ ਵੀ ਕੁਝ ਸਾਡੇ ਪਰਿਵਾਰ 'ਚ ਦੂਜੇ ਭਰਾਵਾਂ ਦੇ ਅੰਦਰ ਆ ਗਈ ਕਿ ਵੀ ਇਹਨਾਂ ਨੇ ਆਪਣਾ ਹਿੱਸਾ ਛੋਟੇ ਨੂੰ ਦੇ ਦਿੱਤਾ। ਸਮਾਂ ਬਹੁਤ ਮਾੜਾ ਵੈ ਮੇਰੇ ਗੁਰੂ ਮਹਾਰਾਜ ਜੀ, ਤੁਹਾਡੀਆਂ ਗੱਲਾਂ ਬਿਲਕੁਲ ਸੱਚੋ ਸੱਚ ਵੈ। ਅੱਜ ਕੱਲ੍ਹ ਜਿੰਨਾ ਵੀ ਕਿਸੇ ਦਾ ਭਲਾ ਕਰੋ, ਉਹ ਪੈਰ ਹੀ ਕੱਟਦੇ ਆ। ਮੇਰੇ ਮਾਲਕਾ, ਅਸੀਂ ਤਾਂ ਭਲਾ ਹੀ ਕੀਤਾ ਸੀ ਛੋਟੇ ਦਾ ਵੀ, ਪਰ ਹੁਣ ਇਹੋ ਜਿਹਾ ਟਾਈਮ ਆਇਆ ਹੋਇਆ ਕਿ ਉਹ ਲੋਕ ਵੀ ਸਾਡੇ ਤੋਂ ਮੂੰਹ ਫੇਰ ਕੇ, ਚਾਰਾਂ ਭੈਣਾਂ ਨੂੰ ਬਿਲਕੁਲ ਨਹੀਂ ਬੁਲਾਉਂਦਾ, ਛੋਟਾ ਵੀ ਨਹੀਂ ਬੁਲਾਉਂਦਾ। ਇਸ ਕਰਕੇ ਸਾਡਾ ਤਾਂ ਕੋਈ ਹੈ ਹੀ ਨਹੀਂ। ਅਸੀਂ ਤਾਂ ਤੁਹਾਡੇ ਚਰਨਾਂ ਦੇ ਵਿੱਚ ਪਹਿਲਾਂ ਵੀ ਕਹਿਤਾ ਸੀਗਾ ਕਿ ਵੀ ਮੇਰਾ ਤਾਂ ਕੋਈ ਹੈ ਹੀ ਨਹੀਂ। ਸੰਗਤ ਜੀ, ਮੇਰਾ ਮਨ ਬਹੁਤ ਖਰਾਬ ਹੋ ਰਿਹਾ। ਮੈਂ ਆਪਣੇ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਵੀ ਬੋਲਦੀ ਹਾਂ ਕਿ ਮਾਲਕਾ, ਮੈਨੂੰ ਬਿਲਕੁਲ ਨਹੀਂ ਪਤਾ, ਕਿਸੇ ਨੇ ਜਿਸ ਵੀ ਕਿਸੇ ਨੇ ਕੀਤਾ ਵਾ, ਤੁਸੀਂ ਉਹਨੂੰ ਆਪਣੇ ਚਰਨਾਂ ਨਾਲ ਲਾਓ, ਉਹਦੀ ਬੁੱਧੀ ਸਹੀ ਕਰ ਦਿਓ। ਜੋ ਭਾਰੀ ਬਲੈਕ ਮੈਜਿਕ ਤੁਸੀਂ ਕਹਿੰਦੇ ਹੋ ਤੁਹਾਡੇ ਘਰ ਵਿੱਚ ਕੀਤਾ ਹੋਇਆ, ਤੁਹਾਨੂੰ ਬੇਟਾ ਬੰਨਿਆ ਹੋਇਆ ਵਾ, ਮੇਰੇ ਗੁਰੂ ਮਹਾਰਾਜ ਜੀ ਬਹੁਤ ਟੈਨਸ਼ਨ ਸੀ ਉਸ ਦਿਨ ਦੀ। ਤੁਸੀਂ ਉਹਨੂੰ ਆਪਣੇ ਚਰਨਾਂ ਨਾਲ ਲਾਓ। ਸਾਡੇ ਜੋ ਵੀ ਕਿਸੇ ਨੇ ਕੀਤੇ ਕਿਰਾਏ ਦੇ ਚੱਕਰ ਆ, ਉਹਨੂੰ ਨਸ਼ਟ ਕਰੋ ਮੇਰੇ ਮਾਲਕਾ। ਚਾਹੇ ਸਾਡੇ ਸਤਸੰਗ ਕਰਾ ਕੇ ਨਸ਼ਟ ਕਰਾਓ, ਚਾਹੇ ਪਾਠ ਪੂਜਾ ਕਰਵਾ ਕੇ ਸਾਡੇ ਪਰਿਵਾਰ ਤੋਂ ਨਸ਼ਟ ਕਰਾਓ। ਹੁਣ ਸੁਬਾਹ ਸ਼ਾਮ ਜੋਤ ਬੱਤੀ ਵੀ ਕਰਦੇ ਆ ਮੇਰੇ ਮਾਲਕਾ। ਮੈਂ ਪਹਿਲਾਂ ਵੀ ਦੱਸਿਆ ਸੀ, ਸਾਡੇ ਘਰ ਨਿਤਨੇਮ ਤਾਂ ਹੁੰਦਾ ਹੀ ਹੁੰਦਾ ਵਾ। ਤੇ ਜੇ ਕੋਈ ਬੁਰਾ ਕਰਦਾ ਵਾ, ਹੁਣ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕੌਣ ਹੈ। ਨਾ ਮੇਰੇ ਦਿਮਾਗ 'ਚ ਕਿਸੇ ਦਾ ਨਾਮ ਇੱਦਾਂ ਆਉਂਦਾ ਮੇਰੇ ਗੁਰੂ ਮਹਾਰਾਜ ਜੀ। ਬਸ ਤੁਸੀਂ ਆਪਣੇ ਚਰਨਾਂ ਨਾਲ ਲਾਓ ਉਹਨੂੰ, ਜੋ ਵੀ ਕੋਈ ਹੈਗਾ। ਮੈਂ ਤਾਂ ਕਿਸੇ ਨੂੰ ਬੁਰਾ ਵੀ ਨਹੀਂ ਕਹਿ ਸਕਦੀ, ਮੇਰੀ ਆਤਮਾ ਇੱਦਾਂ ਦੀ ਹੈ, ਮੈਂ ਕਿਸੇ ਦਾ ਬੁਰਾ ਨਹੀਂ ਕਰ ਸਕਦੀ। ਕੋਈ ਕਰਦਾ ਤਾਂ ਤੁਸੀਂ ਉਹਨੂੰ ਆਪਣੇ ਚਰਨਾਂ ਨਾਲ ਲਾਓ ਮੇਰੇ ਗੁਰੂ ਮਹਾਰਾਜ ਜੀ। ਸ਼ਕਤੀ ਦਿਓ, ਸ਼ਕਤੀ ਦਿਓ ਮੇਰੇ ਮਾਲਕਾ। ਧੰਨ ਧੰਨ ਮੇਰੇ ਗੁਰੂ ਮਹਾਰਾਜ ਜੀ, ਜਿਸ ਦਿਨ ਦਾ ਤੁਹਾਡਾ ਅਸੀਂ ਲੜ ਫੜਿਆ।
ਤੇ ਸਾਡੀ ਉਸ ਦਿਨ ਤੋਂ ਹੀ ਮੇਰੇ ਗੁਰੂ ਮਹਾਰਾਜ ਨੇ ਬਹੁਤ ਸ਼ਕਤੀ ਦਿੱਤੀ ਹੈ, ਬਹੁਤ ਸ਼ਕਤੀ ਦਿੱਤੀ ਹੈ। ਮੈਂ ਦੱਸ ਨਹੀਂ ਸਕਦੀ, ਸਾਡੇ ਬਹੁਤ ਕਾਰਜ ਮੇਰੇ ਗੁਰੂ ਮਹਾਰਾਜ ਜੀ ਨੇ ਪੂਰੇ ਕੀਤੇ ਹੈ। ਜਦੋਂ ਮੈਂ ਮਾਲਕ ਦੇ ਚਰਨਾਂ ਦੇ ਵਿੱਚ ਲੱਗੀ ਸੀਗੀ ਸ਼ੁਰੂ ਤੋਂ, ਤਾਂ ਮੈਂ ਸਤਸੰਗ ਦੇ ਵਿੱਚ ਇਹੀ ਦੱਸਿਆ ਸੀਗਾ, ਗੁਰੂ ਮਹਾਰਾਜ ਜੀ ਦਿਨ ਰਾਤ ਪਾਠ ਪੂਜਾ ਕਰਾਓ, ਮੇਰਾ ਮਨ ਇੰਨੇ ਹਲਕਾ ਰਹਿੰਦਾ, ਬਿਲਕੁਲ ਠੀਕ ਹੋਣ ਲੱਗ ਜਾਂਦਾ। ਜਦੋਂ ਮੈਂ ਭਗਤੀ ਪਾਠ ਕਰਦੀ ਹਾਂ ਮੈਨੂੰ ਕੋਈ ਰੋਗ ਨਹੀਂ, ਕੁਛ ਨਹੀਂ ਹੁੰਦਾ। ਇਹੀ ਬੇਨਤੀ ਕੀਤੀ ਸੀ ਕਿ ਗੁਰੂ ਮਹਾਰਾਜ ਜੀ ਮੈਂ ਡਾਕਟਰ ਦੇ ਨਹੀਂ ਜਾਣਾ, ਕੋਈ ਵੀ ਤਕਲੀਫ ਹੋਵੇ ਮੇਰੀ ਤਾਂ ਗੁਰੂ ਮਹਾਰਾਜ ਜੀ ਤੁਸੀਂ ਹੋਈ ਡਾਕਟਰ, ਤੁਸੀਂ ਹੋਈ ਵੈਦ ਹੋ। ਮੇਰੇ ਗੁਰੂ ਮਹਾਰਾਜ ਨੇ ਮੇਰੀ ਇਹ ਗੱਲ ਬਿਲਕੁਲ ਸਵੀਕਾਰ ਕੀਤੀ ਹੈ, ਸੁਣ ਲਈ ਹੈ ਮੇਰੀ ਪੁਕਾਰ। ਮੇਰੇ ਮਾਲਕ ਨੇ ਇੰਨੀ ਕਿਰਪਾ ਕੀਤੀ ਹੈ, ਮੈਨੂੰ ਡਾਕਟਰ ਕੋਲੇ ਨਹੀਂ ਜਾਣਾ ਪੈਂਦਾ। ਜੇ ਕੋਈ ਦੁੱਖ ਤਕਲੀਫ ਹੁੰਦੀ ਹੈ, ਮੇਰੇ ਮਤਲਬ ਅੰਕਲ ਜੀ ਮਾੜੀ ਮੋਟੀ ਮੈਡੀਸਨ ਦੇ ਦਿੰਦੇ ਆ, ਮੈਂ ਕਦੀ ਠੀਕ ਹੋ ਜਾਂਦੀ ਹੈ। ਸੰਗਤ ਜੀ ਮੇਰੇ ਗੁਰੂ ਮਹਾਰਾਜ 'ਚ ਬਹੁਤ ਸ਼ਕਤੀ ਹੈ, ਦੇਵੋ ਕੇ ਦੇਵ ਮਹਾਦੇਵ ਸ਼ਿਵ ਭਗਵਾਨ ਹੈ। ਮੈਂ ਬਚਪਨ ਤੋਂ ਹੀ ਉਹਨਾਂ ਨੂੰ ਪੂਜਦੀ ਹਾਂ। ਮੇਰੀ ਇਹ ਪੁਕਾਰ ਮੇਰੇ ਗੁਰੂ ਮਹਾਰਾਜ ਨੇ ਜਦੋਂ ਸੁਣ ਲਈ ਸੀ ਤਾਂ ਮੇਰੇ ਅੰਦਰ ਰੋਮ ਰੋਮ ਇਹੀ ਕਹਿੰਦਾ ਸੀ, ਇਹ ਮਾਲਕਾ ਮੈਨੂੰ ਆਪਣੇ ਚਰਨਾਂ ਕਮਲਾਂ ਤੋਂ ਕਦੀ ਵੀ ਦੂਰ ਨਾ ਕਰਿਓ, ਕਦੀ ਵੀ ਦੂਰ ਨਾ ਕਰਿਓ। ਹਰ ਪਲ ਤੁਹਾਡਾ ਜਾਪ ਸਿਮਰਨ ਸੁਬਾਹ ਸ਼ਾਮ ਕਰਦੀ ਰਵਾਂ, ਚਾਹੇ ਕੰਮ ਕਾਰ ਮੇਰੇ ਰੁਕ ਜਾਣ, ਜਾਣਾ ਨਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਤੇ ਜਾਂਦੀ ਨਹੀਂ, ਮੈਂ ਛੇਤੀ ਕਿਤੇ ਨਹੀਂ ਜਾਂਦੀ। ਹਾਂ ਕਿਸੇ ਵੀ ਦੁੱਖ ਤਕਲੀਫ ਦੇ ਵਿੱਚ ਜਾਣਾ ਪੈ ਜਾਵੇ ਐਮਰਜੈਂਸੀ ਤਾਂ ਮੈਂ ਜਾਂਦੀ ਹਾਂ, ਕਿਉਂਕਿ ਕੋਈ ਜਾਣ ਵਾਲਾ ਘਰ ਦੇ ਵਿੱਚ ਨਹੀਂ ਹੈਗਾ। ਅੰਕਲ ਜੀ ਬਿਮਾਰ ਰਹਿੰਦੇ, ਉਹਨਾਂ ਦੇ ਆਪਰੇਸ਼ਨ ਹੋਏ ਕਰਕੇ ਵੀਕਨੈਸ ਬਹੁਤ ਹੈ, ਤਾਂ ਮੈਨੂੰ ਹੀ ਜਾਣਾ ਪੈਂਦਾ ਵਾ ਸੰਗਤ ਜੀ। ਇਸ ਕਰਕੇ ਮੇਰੇ ਗੁਰੂ ਮਹਾਰਾਜ ਜੀ ਬਸ ਮੈਨੂੰ ਤਾਂ ਆਪਣੇ ਚਰਨਾਂ ਤੋਂ ਇੱਕ ਪਲ ਵੀ ਦੂਰ ਨਾ ਕਰਿਓ। ਚੰਗਿਆਂ ਦੇ ਘਰੇ ਪੈਰ ਪਵਾਈਓ ਮੇਰੇ ਦਾਤਿਆ, ਚੰਗਿਆਂ ਦੇ ਘਰੇ ਪੈਰ ਪਵਾਈਓ, ਬੁਰਿਆਂ ਤੋਂ ਮੈਨੂੰ ਦੂਰ ਰੱਖਿਓ ਮੇਰੇ ਦਾਤਿਆ। ਮੈਂ ਇੰਨੀ ਜੋਗੀ ਨਹੀਂ ਹੈ ਕਿ ਜਿਹੜੇ ਕੀਤੇ ਕਰਾਏ ਚੱਕਰ ਮੈਂ ਕਿਸੇ ਦੇ ਦੂਰ ਕਰਦਾ, ਮੇਰੇ ਗੁਰੂ ਮਹਾਰਾਜ ਜੀ ਕਰ ਸਕਦੇ। ਮੈਂ ਤਾਂ ਬੇਨਤੀ ਲਾਈ ਹੋਈ ਹੈ ਆਪਣੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ, ਜੋ ਵੀ ਤੁਸੀਂ ਦੱਸਿਆ ਉਹ ਸੱਚੋ ਸੱਚ ਹੈ। ਮੇਰੇ ਗੁਰੂ ਮਹਾਰਾਜ ਜੀ ਕਿਰਪਾ ਬਣਾਈ ਰੱਖੋ ਆਪਣੇ ਭਗਤਾਂ ਤੇ ਸੇਵਕਾਂ ਤੇ, ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਖੜੇ ਰਹੀਏ। ਸਾਡੇ ਤੇ ਆਪਣਾ ਪਿਆਰ ਭਰਿਆ ਹੱਥ ਬਣਾਈ ਰੱਖਿਓ। ਸੰਗਤ ਜੀ ਅੱਜ ਛੋਟਾ ਜਿਹਾ ਖਾਬ ਮੈਨੂੰ ਯਾਦ ਹੈ ਜੋ ਮੇਰੇ ਗੁਰੂ ਮਹਾਰਾਜ ਨੇ ਦਿੱਤਾ। ਤੇ ਇੱਕ ਦਰਬਾਰ ਹੈ ਮਤਲਬ ਕਿ ਬਣਿਆ ਹੋਇਆ, ਤੇ ਉੱਥੇ ਵੀ ਇੱਕ ਮਤਲਬ ਅੰਕਲ ਖੜੇ ਹੋਏ ਆ, ਤਾਂ ਉਹ ਸਭ ਨੂੰ ਕੁਛ ਨਾ ਕੁਛ ਜਦੋਂ ਮੱਥਾ ਟੇਕਦੇ ਆ ਨਾ, ਕੁਛ ਦੱਸ ਕੇ ਲੋਕੀ ਮਤਲਬ ਕਿ ਉੱਥੇ ਮੱਥਾ ਟੇਕ ਕੇ ਉਹ ਕੁਛ ਬਚਨ ਕਰਦੇ ਆ ਤਾਂ ਲੋਕ ਜਾਈ ਜਾਂਦੇ ਆ। ਜਦੋਂ ਮੈਂ ਥੋੜਾ ਜਿਹਾ ਕਦਮ ਅੱਗੇ ਕੀਤਾ ਤਾਂ ਬਸ ਉਹਨਾਂ ਨੇ ਹੱਥ ਮੂਹਰੇ ਕਰਕੇ ਇਹ ਕਿਹਾ ਵੀ ਸਭ ਕੁਛ ਠੀਕ ਹੋ ਜਾਊਗਾ। ਏਦਾਂ ਕਹਿ ਕੇ ਤੇ ਮੈਨੂੰ ਮਤਲਬ ਕਿ ਮੱਥਾ ਟੇਕਣ ਦਾ ਵੀ ਇੰਨਾ ਟਾਈਮ ਨਹੀਂ ਦਿੱਤਾ, ਵੀ ਉੱਥੋਂ ਖੜੀ ਨੂੰ ਨਾਲ ਹੀ ਐਂ ਕਹਤਾ ਵੀ ਸਭ ਕੁਛ ਠੀਕ ਹੈ, ਐਂ ਹੀ ਮੋੜ ਦਿੱਤਾ। ਮੇਰੇ ਗੁਰੂ ਮਹਾਰਾਜ ਜੀ ਚੰਗਾ ਮਾੜਾ ਮੈਨੂੰ ਬਿਲਕੁਲ ਨਹੀਂ ਪਤਾ, ਇਸ ਵੇਲੇ ਮੇਰਾ ਦਿਮਾਗ ਨਹੀਂ ਸੈੱਟ ਹੈਗਾ। ਕਿਰਪਾ ਬਣਾਈ ਰੱਖਿਓ, ਸਾਡੇ ਪਰਿਵਾਰ ਤੇ ਕਿਰਪਾ ਬਣਾਈ ਰੱਖਿਓ। ਬਸ ਜੋ ਗਲਤੀਆਂ ਸਾਡੇ ਪਰਿਵਾਰ ਤੋਂ ਹੋ ਗਈਆਂ ਸਾਨੂੰ ਮਾਫ਼ ਕਰਿਓ ਮੇਰੇ ਗੁਰੂ ਮਹਾਰਾਜ ਜੀ। ਜੋ ਕੋਈ ਗਲਤੀ ਬੱਚੇ ਤੋਂ ਹੋ ਜਾਵੇ, ਅੰਕਲ ਤੋਂ ਹੋ ਜਾਵੇ, ਮੇਰੇ ਤੋਂ ਹੋਈਆਂ ਹੋਣ, ਮੇਰੇ ਗੁਰੂ ਮਹਾਰਾਜ ਜੀ ਸਾਨੂੰ ਮਾਫ਼ ਕਰਿਓ, ਮਾਫ਼ ਕਰਿਓ, ਮਾਫ਼ ਕਰਿਓ। ਆਪਣੀ ਕਿਰਪਾ ਦ੍ਰਿਸ਼ਟੀ ਸਾਡੇ ਪਰਿਵਾਰ ਤੇ ਬਣਾਈ ਰੱਖਿਓ। ਸੰਗਤ ਜੀ ਬਹੁਤ ਦਿਨ ਤੋਂ ਦਿਲ ਕਰਦਾ, ਘਰ 'ਚ ਰਹਿਣ ਨੂੰ ਦਿਲ ਨਹੀਂ ਕਰਦਾ, ਬੜਾ ਹੀ ਉਦਾਸ ਦਿਲ ਰਹਿੰਦਾ ਵਾ ਕਿ ਵੀ ਅਸੀਂ ਕਿਤੇ ਹੋਰ ਚਲ ਜਾਈਏ। ਪਰ ਅੰਕਲ ਜੀ ਕਹਿੰਦੇ ਜਿੱਥੇ ਵੀ ਜਾਵਾਂਗੇ ਸਭ ਕਿਤੇ ਦੁਨੀਆ ਉੱਦਾਂ ਦੀ ਹੋਈ ਹੈ, ਆਪਣੇ ਗੜਸ ਨਾਲ ਹੀ ਰਹਿਣਾ ਪੈਂਦਾ। ਜਿੱਥੇ ਵੀ ਰਹਿਣਾ ਹੁੰਦਾ ਲੋਕ ਸਭ ਕਿਤੇ ਇਹੋ ਜਿਹੇ ਹੁੰਦੇ ਆ। ਪਹਿਲਾਂ ਸਾਡੇ ਨਾਲ ਮਕਾਨ ਬਣਦਾ ਸੀ, ਉਹਨੇ ਥੋੜਾ ਜਿਹਾ ਪਾਇਆ ਹੋਇਆ ਸੀ ਝਗੜਾ, ਤੋਂ ਗੁਰੂ ਮਹਾਰਾਜ ਚਰਨਾਂ 'ਚ ਉਦੋਂ ਵੀ ਮੈਂ ਦੱਸਿਆ ਸੀ। ਹੁਣ ਸਾਡੇ ਸਾਹਮਣੇ ਪਿਛਲੇ ਬੈਕ ਸਾਡੀ ਗਲੀ 'ਚ 2 ਦਰਵਾਜ਼ੇ ਆ, ਇੱਕ ਫਰੰਟ ਤੇ ਇੱਕ ਪਿੱਛੇ ਵੀ ਹੈਗਾ। ਉਹਨਾਂ ਨੇ ਕੀ ਕੀਤਾ, ਮਕਾਨ ਸਾਰਾ ਢਾਹ ਲਿਆ, ਜੋ ਵੀ ਬਿਜਲੀ ਦੀਆਂ ਤਾਰਾਂ ਸੀਗੀਆਂ ਉਹ ਸਾਰੀਆਂ ਬੰਨ ਕੇ ਸਾਡੇ ਦਰਵਾਜ਼ੇ ਦੇ ਨਾਲ ਮੇਖ ਗੱਡ ਕੇ ਬੰਨ ਦਿੱਤੀਆਂ ਬਿਜਲੀ ਦੀਆਂ ਮੇਨ ਤਾਰਾਂ। ਤੇ ਅਸੀਂ ਉਹਨਾਂ ਨੂੰ ਕਿਹਾ ਵੀ ਬਈ ਸਾਡੇ ਦਰਵਾਜ਼ੇ ਨਾਲ ਤੁਸੀਂ ਬੰਨਤਾ, ਵੀ ਇਹਦਾ ਕਰੰਟ ਵਗੈਰਾ ਕੱਲ ਨੂੰ ਆ ਜਾਵੇ ਤੇ ਸਾਨੂੰ ਨੁਕਸਾਨ ਹੋ ਸਕਦਾ। ਨਹੀਂ ਜੀ ਨਹੀਂ, ਅਸੀਂ ਥੋੜੀ ਦੇਰ ਲਈ ਬੰਨਿਆ, ਜਦੋਂ ਸਾਡਾ ਮਕਾਨ ਬਣ ਗਿਆ ਅਸੀਂ ਇੱਧਰ ਕਰ ਦਾਂਗੇ। ਸੰਗਤ ਜੀ ਤੁਸੀਂ ਆਪ ਜਾਣੀ ਜਾਣਾ, ਜਦੋਂ ਤੁਸੀਂ ਹੁਣ ਬੰਨਤੀਆਂ ਇਹ ਤਾਰਾਂ ਬਿਜਲੀ ਦੀਆਂ, ਕਿਹਨੇ ਲਾਣੀਆਂ? ਸਰਕਾਰੀ ਤਾਰਾਂ। ਮੁਲਾਜ਼ਮ ਨੂੰ ਸੱਦ ਕੇ ਰਾਤ ਨੂੰ, ਸਾਨੂੰ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਵੀ ਉਹਨਾਂ ਨੇ ਰਾਤ ਨੂੰ ਸਾਡੇ ਨਾ ਦਰਵਾਜ਼ੇ ਦੇ ਨਾਲ ਬੰਨ ਦਿੱਤੀਆਂ। ਮੇਰੇ ਗੁਰੂ ਮਹਾਰਾਜ ਜੀ ਅਸੀਂ ਤਾਂ ਕਿਸੇ ਨੂੰ ਕੁਛ ਕਹਿਣ ਜੋਗੇ ਹੈ ਹੀ ਨਹੀਂ। ਜਦੋਂ ਦੇ ਤੁਹਾਡੇ ਚਰਨਾਂ ਦੇ ਨਾਲ ਲੱਗੇ ਆ, ਸਾਡਾ ਮਨ ਨਹੀਂ ਕਰਦਾ ਅਸੀਂ ਕਿਸੇ ਨਾਲ ਲੜੀਏ, ਕਿਸੇ ਦਾ ਬੁਰਾ ਕਰੀਏ, ਕਿਸੇ ਨਾਲ ਲੜੀਏ। ਮੇਰੇ ਗੁਰੂ ਮਹਾਰਾਜ ਜੀ ਬਸ ਸਾਨੂੰ ਸ਼ਕਤੀ ਬਣਾਈ ਰੱਖਿਓ। ਜੋ ਕੋਈ ਸਾਡੇ ਤੇ ਬੁਰਾ ਕਰਦਾ ਸਾਨੂੰ ਇੰਨੀ ਸ਼ਕਤੀ ਦਿਓ, ਅਸੀਂ ਕਿਸੇ ਨਾਲ ਨਹੀਂ ਲੜਨਾ। ਸਾਡੇ ਗੁਰੂ ਮਹਾਰਾਜ ਜੀ ਬੈਠੇ ਆ, ਆਪੇ ਨਸ਼ਟ ਕਰਨਗੇ। ਜੋ ਕੋਈ ਗਲਤੀਆਂ ਕਰਦਾ ਉਹਨੂੰ ਆਪੇ ਸਜ਼ਾ ਮਿਲੂਗੀ। ਬਸ ਅਸੀਂ ਇੱਕ ਵਾਰੀ ਉਹਨਾਂ ਨੂੰ ਕਹਿਣਾ ਸੀਗਾ ਤੇ ਕਹਿ ਦਿੱਤਾ। ਉਸ ਤੋਂ ਬਾਅਦ ਨਾ ਅਸੀਂ ਕੋਈ ਬਿਜਲੀ ਮਹਿਕਮੇ 'ਚ ਜਾ ਕੇ ਕਹਿਣਾ ਕਿ ਵੀ ਸਾਡੀਆਂ ਨਾਲ ਦਰਵਾਜ਼ੇ ਦੇ ਤਾਰਾਂ ਜੀ ਤੁਸੀਂ ਇਹ ਚੱਕੋ। ਕਸੂਰ ਕਿਸੇ ਦਾ ਤੇ ਦੰਡ ਸਾਨੂੰ ਭਰਨਾ ਪੈਂਦਾ ਵਾ। ਇਹ ਮੇਰੇ ਦਾਤਿਆ
ਬਸ ਮੈਂ ਆਪਣੇ ਦਿਲ ਦੀਆਂ ਜੋ ਭਾਵਨਾਵਾਂ ਸੀ, ਜੋ ਦੁੱਖ ਸੀ, ਆਪਣੇ ਗੁਰੂ ਮਹਾਰਾਜ ਨੂੰ, ਮੇਰੇ ਪਿਤਾ ਵੀ ਤੁਸੀਂ ਹੋ, ਮੇਰੇ ਮਾਤਾ ਵੀ ਤੁਸੀਂ ਹੋ, ਮੇਰੇ ਗੁਰੂ ਜੀ ਵੀ ਤੁਸੀਂ ਹੋ, ਮੇਰੇ ਸਭ ਕੁਛ ਮੇਰੇ ਗੁਰੂ ਮਹਾਰਾਜ ਜੀ ਤੁਸੀਂ ਹੈ। ਮੈਂ ਸਭ ਰੂਪ ਦੇ ਵਿੱਚ ਤੁਹਾਡੇ ਦਰਸ਼ਨ ਪਾਉਂਦੀ ਹਾਂ, ਤੁਹਾਨੂੰ ਦੇਖਦੀ ਹਾਂ ਮੇਰੇ ਗੁਰੂ ਮਹਾਰਾਜ ਜੀ। ਜਦੋਂ ਮੰਦਿਰ 'ਚ ਕੱਢਦੀ ਹਾਂ ਤਾਂ ਮੈਨੂੰ ਐਂ ਲੱਗਦਾ ਵਾ ਵੀ ਮੇਰਾ ਆਪਣਾ ਹੀ ਹੈ ਇੱਥੇ, ਹੁਣ ਮੇਰਾ ਆਪਣਾ ਹੀ ਹੈ। ਮੈਂ ਆਪਣੇ ਨਾਲ ਜੋ ਦਿਲ ਦੀਆਂ ਗੱਲਾਂ ਕਰਦੀ ਹਾਂ ਸਭ ਮੇਰੀਆਂ ਸੁਣਵਾਈ ਹੁੰਦੀਆਂ ਵਾ ਮੰਦਿਰ ਦੇ ਵਿੱਚ। ਜਦੋਂ ਮੈਂ ਗੁਰੂ ਮਹਾਰਾਜ ਜੀ ਦੇ ਕੋਲ ਬੈਠ ਕੇ ਆਪਣੇ ਦਿਲ ਦੀਆਂ ਭਾਵਨਾਵਾਂ ਦੱਸਦੀ ਹਾਂ, ਮੇਰੀ ਗੁਰੂ ਮਹਾਰਾਜ ਜੀ ਸੁਣਦੇ ਆ। ਅੰਗ ਸੰਗ ਹੈ ਮੈਨੂੰ, ਮੈਂ ਸਭ ਜਾਣਦੀ ਹਾਂ ਮੇਰੇ ਗੁਰੂ ਮਹਾਰਾਜ ਜੀ ਮੇਰੇ ਅੰਗ ਸੰਗ ਹੈ। ਪਰ ਫਿਰ ਵੀ ਮੇਰਾ ਦਿਲ ਘਬਰਾਉਂਦਾ ਰਹਿੰਦਾ ਵਾ। ਮੇਰੇ ਮਾਲਕਾ, ਇਹ ਜਿਹੜੀ ਘਬਰਾਉਣ ਦੀ ਸ਼ਕਤੀ ਹੈ ਵੀ ਮੇਰੀ ਦੂਰ ਕਰਿਓ, ਆਪਣੇ ਚਰਨਾਂ ਦੇ ਨਾਲ ਲਾਈ ਰੱਖਿਓ। ਪਰਿਵਾਰ ਤੋਂ ਗਲਤੀਆਂ ਹੋ ਗਈਆਂ क्षमा ਕਰਿਓ। ਸੰਗਤ ਜੀ, ਮੈਂ ਆਪਣੇ ਸਤਸੰਗ ਨੂੰ ਥੋੜੀ ਦੇਰ ਲਈ ਹੁਣ ਸਮਾਪਤ ਕਰਦੀ ਹਾਂ, ਫਿਰ ਲੈ ਕੇ ਆਉਂਗੀ। ਗਲਤੀ ਹੋ ਗਈ ਹੋਵੇ ਸੰਗਤ ਜੀ ਮੈਨੂੰ ਮਾਫ ਕਰਿਓ। ਕੋਈ ਬੁਰਾ ਸ਼ਬਦ ਬੋਲਿਆ ਗਿਆ ਹੋਵੇ ਮੈਂ क्षमा ਮੰਗਦੀ ਹਾਂ, ਵਾਰ-ਵਾਰ क्षमा ਮੰਗਦੀ ਹਾਂ ਸਾਰੀਆਂ ਸੰਗਤਾਂ ਤੋਂ। मैं अपना मंत्र जाप करती हाँ, ओम नमः शिवाय, शिव जी सदा सहाय। ओम नमः शिवाय, मेरे गुरु जी सदा सहाय। जय जय गुरु जी, धन धन गुरु जी। जय गुरु जी, शुक्राना गुरु जी, अनंतम अनंतम शुक्राना मेरे गुरु महाराज। मैं गुरु जी की बेटी, गुरु जी का सत्संग गुरु जी के मंत्र जाप से शुरू करना चाहूँगी। ओम नमः शिवाय, शिव जी सदा सहाय। ओम नमः शिवाय, गुरु जी सदा सहाय। ओम नमः शिवाय, शिव जी सदा सहाय। ओम नमः शिवाय, गुरु जी सदा सहाय। संगत जी, मैं अपना शुक्राना सत्संग रूहानी आंटी के चैनल पे शेयर कर रही हूँ और बहुत बहुत थैंक्स करना चाहूँगी रूहानी आंटी का, जो मेरे सत्संग को बाकी संगत परिवार तक पहुँचाएंगी। संगत जी, जब गुरु महाराज देखते हैं कि हमें उनकी बहुत ज़रूरत है, वो हमारे पास आ जाते हैं। संगत जी, ऐसे ही मेरी मासी जो सिंगल पेरेंट है, उनको अपनी बेटी की शादी करनी थी। बहुत परेशान थी वो कि फाइनेंशियली सब कुछ कैसे होगा और वो सब कुछ अकेले कैसे कर लेंगी। लेकिन संगत जी, क्या होता है कि उनके नेबर में कोई उनके लिए गुरु महाराज का स्वरूप लेके आता है, उनको सत्संग का इनवाइट भी आता है। अब गुरु महाराज उनके घर आ गए। संगत जी, धीरे धीरे सारे काम होने शुरू हो गए। उनको आर्थराइटिस की प्रॉब्लम थी, वो धीरे धीरे वो ठीक होनी शुरू हुई। और उस प्रॉब्लम जब चल रही थी, उसी दौरान गुरु महाराज ने सारी शॉपिंग भी कराई, जो वो सोचती थी कि वो फाइनेंशियली कैसे सब कुछ कर लेंगे। लेकिन संगत जी, जब गुरु महाराज साथ होते हैं ना, तो कहाँ से कैसे सब कुछ हो जाता है पता ही नहीं चलता। और इतनी अच्छी गुरु महाराज ने इतनी ब्यूटीफुल शादी करवाई, सारी शॉपिंग गुरु महाराज ने करवाई। और संगत जी, जो उनकी आर्थराइटिस की प्रॉब्लम थी वो भी ठीक की। बहुत सारी ब्लेसिंग्स दी, उनको बड़े मंदिर बुलाया। और संगत जी, गुरु महाराज हमें चुनते हैं, हम उनको नहीं चुनते। जब वो देखते हैं कि हमें सबसे ज़्यादा ज़रूरत है, वो हमारे ऊपर अपना मेहर भरा हाथ रखते हैं। शुक्राना करूँगी गुरु महाराज का कि कैसे संगत जी गुरु महाराज ने उनका वो इतना बड़ा काम जो वो सोच के परेशान हो रही थी, वो करा दिया। और उनको संगत ग्रुप से भी जुड़वाया। शुक्राना, बहुत बहुत शुक्राना मेरे गुरु महाराज का। आज के लिए अपने सत्संग को यहीं विराम देना चाहूँगी। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, शुक्राना गुरु जी। जय गुरु जी, शुक्राना गुरु जी। गुरु जी के चरणों में कोटि कोटि प्रणाम। गुरु जी की प्यारी प्यारी संगत जी को जय गुरु जी। संगत जी, आज सोमवार का शुक्राना सत्संग मैं अपने गुरु जी के चरणों में हाज़री लगा के करूँगी। ओम नमः शिवाय, शिव जी सदा सहाय। ओम नमः शिवाय, गुरु जी सदा सहाय। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, अनंतम शुक्राना, कोटि कोटि शुक्राना गुरु जी, बारंबार शुक्राना। आज महाशिव का दिन है तो स्पेशल ब्लेसिंग्स है हमारे लिए। और आज से जून का महीना शुरू हो रहा है,
तो आने वाला जून, आने वाला दिन, आने वाला हफ्ता सबके लिए बहुत अच्छा जाए और गुरु जी की ब्लेसिंग्स हम सब के साथ बनी रहें। संगत जी, जैसे ही मैं सत्संग शेयर करने के लिए बाहर आई हूँ, मुझे मोर दर्शन हुए और मोर की आवाज़ आई है। तो गुरु जी को स्पेशल वाला थैंक यू है उसके लिए। बहुत शुक्राना गुरु जी। संगत जी, मैं पहले रोज़ सुबह सत्संग शेयर करने की कोशिश करती थी और मोस्टली कर भी पाती थी, बट अब मैं काफ़ी दिन से सत्संग नहीं शेयर कर पाई हूँ। बच्चों की छुट्टियां हैं, घर पर बच्चे आए हुए हैं और थोड़ा रूटीन चेंज हुआ है। मेरी भी कुछ कमियां हैं, मेरा भी आलस है, तो मैं उस सब के लिए गुरु जी से बहुत बहुत माफ़ी चाहती हूँ। लेकिन साथ साथ ही मैं गुरु जी को बहुत सारा शुक्राना भी करना चाहती हूँ। गुरु महाराज, हम कुछ भी करें, हम कितनी भी नादानियाँ करें, गुरु महाराज हमें ब्लेस करने में कभी कमी नहीं रखते। गुरु महाराज हमें बहुत सारी ब्लेसिंग्स देते हैं और हमारा साथ, हमारा हाथ कभी भी नहीं छोड़ते। हम किसी पल में कुछ भी कर रहे हो, गुरु महाराज हमें आके ज़रूर ब्लेस करते हैं। संगत जी, मुझे 2 वाइट पिजन के दर्शन हुए हैं सत्संग शेयर करते करते, और मैं पहले भी जब भी सत्संग शेयर करती थी, गुरु जी का नाम लेती थी, मुझे वाइट पिजन के दर्शन ज़रूर होते थे। तो आज फिर से मुझे सुबह सुबह 2 वाइट पिजन दिखे हैं। गुरु जी को बहुत सारा धन्यवाद, गुरु जी को बहुत सारा शुक्राना। संगत जी, कल 31 मई का दिन था, महासमाधि का दिन था। सुंदर कोइंसिडेंस था कि कल पूर्णिमा भी थी। गुरु जी ने दुखी होने के लिए मना किया था, इसलिए मैं ये तो नहीं कहूँगी कि दुख का दिन था, गुरु जी चले गए थे, क्योंकि गुरु जी हर पल हमारे साथ हैं। और हम तो पिछले 8 साल से, जब से भी, हमें नहीं पता कब से, लेकिन हम जब से भी गुरु जी से जुड़े हैं, गुरु जी को हमने हर पल अपने पास महसूस किया और गुरु जी हर पल हमारे साथ रहे हैं। संगत जी, हम घर से निकल के भी जाते हैं तो गुरु जी हर पल हमारे साथ रहते हैं। मैं कहीं भी जाऊं, मैं गुरु जी का जल प्रसाद लेके गुरु जी से यही कहती हूँ, गुरु जी हमारे साथ चलना, हमारे साथ रहना। और संगत जी, सच में वाकई में गुरु जी हमारे साथ चलते हैं, हमारे साथ रहते हैं। तो अनंतम अनंतम शुक्राना है इतने प्यारे महाराज का, इतने प्यारे पिता का, जो हर रूप में हमारे साथ हर वक्त हैं, हर पल हैं, और हमारे ऊपर उनकी कृपा बनी हुई है। शुक्राना, अनंतम शुक्राना, कोटि कोटि शुक्राना गुरु जी। संगत जी, कल गुरु जी ने मुझे महासमाधि के महासमाधि दिवस के एक सत्संग में बुलाया, और उसके पहले गुरु जी का मैसेज भी आया था कि तुझे अगर किसी भी सत्संग का इनवाइट आए तो तू ज़रूर जाना। तो संगत जी, मुझे सत्संग का इनवाइट भी आया गुरु जी के मैसेज के साथ साथ, और हमारे सोसाइटी में ये एक सत्संग था। पहले कुछ ऐसी सिचुएशन घर पे क्रिएट हुई जिसकी वजह से मैं थोड़ा परेशान थी, और मैंने कहा, गुरु जी ये क्या हो रहा है, कोई नेगेटिविटी है क्या जो मुझे सत्संग में जाने से रोक रही है। लेकिन संगत जी, मैं उस नेगेटिविटी के बारे में नहीं सोचना चाहती थी। मुझे ऐसा लग रहा था कि मैं बहुत ब्लेस्ड हूँ जो मुझे ये सत्संग में जाने का मौका मिला है। तो मुझे ऐसा सोचना ही नहीं है कि मुझे क्या रोक रहा है और क्या नहीं। मुझे बस इस चीज़ पे ध्यान देना है कि मेरे गुरु जी ने मुझे बुलाया है और मुझे मेरे गुरु जी के पास जाके बैठना है। मुझे आत्मिक शांति वहीं मिलेगी, मुझे चैन सुकून वहीं मिलेगा, और अगर कुछ नेगेटिव है भी तो पॉजिटिव भी वहीं से आएगा। तो गुरु जी ने बोला था कि गुरु जी समाधि दिवस पे ब्लेस ज़रूर करेंगे। जिसकी जो दुख तकलीफ़ है, गुरु जी का प्रसाद लें, गुरु जी का मंत्र जाप करें, और गुरु जी ज़रूर ब्लेस करेंगे। तो संगत जी, मैं अपनी मम्मी, अपनी मदर इन लॉ दोनों के साथ सत्संग में गई। मैं गुरु जी का अनंतम शुक्राना करती हूँ कि कल उन्होंने मेरी मम्मी को भी ब्लेस किया और उन्हें भी सत्संग में बुलाया। गुरु जी ने उन्हें भी हेल्थ ब्लेस करी है। संगत जी, उनकी रिपोर्ट्स ठीक नहीं आई थी, उनका कोलेस्ट्रॉल भी काफ़ी हाई था, और रिपोर्ट्स में 2-3 पैरामीटर्स में और प्रॉब्लम थी। लेकिन संगत जी, गुरु जी ने वो भी ठीक किया, उन्हें बहुत अच्छे से हील किया। और हमने जब अपने फैमिली डॉक्टर से पूछा, अपने 2 फैमिली डॉक्टर से पूछा, दोनों ने कहा कि ऐसी कोई प्रॉब्लम नहीं है, वो बिल्कुल ठीक है। तो हमारे मन के जो डर थे वो भी गुरु जी ने दूर किए। मेरी मम्मी की तबीयत भी ठीक करी, वो बिल्कुल ठीक हैं, बिल्कुल एक्टिव हैं, और गुरु जी का शुक्राना ही शुक्राना है, अनंतम शुक्राना है। मैं जितनी उनकी वडियाई करूँ कम है। आज मेरे भाई का बर्थडे है संगत जी, मेरे भाई को भी गुरु जी ने
बहुत सारी ब्लेसिंग्स दी हैं और मैं आगे के लिए भी उसके लिए बहुत सारी ब्लेसिंग्स मांगती हूँ कि वो जहाँ भी हो रहे। गुरुजी से बहुत ज़्यादा नहीं जुड़े हैं अभी वो लोग, लेकिन फिर भी गुरुजी ने उन्हें ब्लेस किया है। तो वो मुझसे बहुत दूर रहता है, यहाँ नहीं है इंडिया में, लेकिन गुरुजी ने हर पल उसकी रक्षा करी और उसे बहुत सारी ब्लेसिंग्स दी हैं। तो अपनी भाई की बर्थडे के लिए भी मैं गुरुजी से ब्लेसिंग्स मांगती हूँ और मेरे पूरे परिवार की तरफ से मैं गुरुजी का शुक्राना करती हूँ। अनंतम शुक्राना, कोटि कोटि शुक्राना, करोड़ों बार शुक्राना। जितना शुक्राना, जितना धन्यवाद करूँ मैं अपने गुरुपा का कम है। मैं घर से निकलती हूँ, मुझे गुरुजी के स्टिकर की ब्लेसिंग्स, ऑलवेज गुरुजी के स्टिकर की 777 ट्रिपल नंबर्स, एंजल नंबर्स, बहुत सारी ब्लेसिंग्स देते हैं संगत जी और हर बार देते हैं। तो उन सारी ब्लेसिंग्स के लिए मेरे गुरुजी का शुक्राना ही शुक्राना है, शुक्राना ही शुक्राना है। संगत जी, मैं यूं ही गुरुजी का शुक्राना करती रहूं और गुरुजी के बताए रास्ते पे चलती रहूं। मेरे मन में जो भी चिड़चिड़ापन या क्रोध आया पिछले 1-2 दिन से, चाहे वो मेरे साथ गलत हुआ हो, सही हुआ हो, मैं फिर भी माफ़ी मांगूंगी, क्योंकि ज़रूरी नहीं है हर बार हमारा नज़रिया सही हो। तो घर पर जो मेरे साथ हुआ है, कल मेरा झगड़ा हुआ घर पे एक करके, तो मुझे पता नहीं वो क्या संकेत था, बट वो जो भी था वो ठीक नहीं था। तो घर के उस माहौल के लिए मैं गुरुजी से क्षमा चाहती हूँ। मैं क्रोध करने के लिए, सबसे बहस करने के लिए क्षमा चाहती हूँ। शायद सब सही थे और मैं ही गलत थी, मैं ही गलत समझ रही थी। लेकिन गुरुजी, आप मुझे क्षमा करें, आप मुझे सबकी तरफ से क्षमा करें और मैं आपसे यही वादा करती हूँ कि मैं आपकी अच्छी बच्ची बनूँ और मैं आपके बताए रास्ते पे चलूँ। संगत जी, गुरुजी, मुझसे सत्संग शेयर करने में कोई भूल हुई हो, आप मुझे क्षमा करें। मैं अपने अगले सत्संग की तैयारी करती हूँ और अपने सत्संग को यहाँ विराम देती हूँ। शुक्राना गुरुजी, मुझे इस लायक समझने के लिए कि मैं आपकी वडियाई में 2 शब्द कह सकूँ। ओम नमः शिवाय, शिवजी सदा सहाय। ओम नमः शिवाय, गुरुजी सदा सहाय। ओम नमः शिवाय, शिवजी सदा सहाय। ओम नमः शिवाय, गुरुजी सदा सहाय। जय गुरुजी, शुक्राना गुरुजी, जय गुरुजी संगत जी। जय गुरु जी, जय गुरु जी संगत जी। मैं गुरु जी की बेटी। गुरु जी का सत्संग आज शुक्राना सत्संग, आज वीरवार 11 जून, अपना शुक्राना सत्संग संगत परिवार के साथ साझा करना चाहती हूँ। संगत जी, मैं गुरु जी का हर बात के लिए शुक्राना करना चाहती हूँ। जब से गुरु जी ने मुझे अपने साथ जोड़ा है संगत जी, मैं अपने आप को बहुत ब्लेस्ड फील करती हूँ, अपने आप को सबसे अलग ही मानती हूँ। संगत जी, गुरु जी की इतनी मेहर है मेरी फैमिली पर, मुझ पर, कि मैं हर वक्त, हर श्वास उनका शुक्राना करना चाहती हूँ। जितना मैं शुक्राना उनका शेयर करती हूँ गुरु जी का, उतना मैं ग्रो कर रही हूँ, उतना मेरे बच्चे ग्रो कर रहे हैं। मैं सुबह शाम गुरु जी का शुक्राना अदा करती हूँ और जैसे जैसे मैं शुक्र करती हूँ, मैं उतना ग्रो करती जा रही हूँ। संगत जी, मैं कुछ दिन पहले कमांडर अंकल का सत्संग सुन रही थी। मैं वो सत्संग सुनते हुए मैं इतनी मग्न हो गई कि पता नहीं क्यों मुझे ऐसी फीलिंग आ रही थी जैसे मैं उस वक्त में प्रेजेंट थी, ऐसे मुझे फीलिंग आ रही थी। और संगत जी, मैं सच बताऊं, जब भी मैं गुरुजी की पुरानी संगत के सत्संग सुनती हूँ, जिन्होंने उन्हें फिज़िकल फॉर्म में देखा है, तो पता नहीं क्यों मुझे ऐसे लगता है जैसे मैं
मुझे पहले भी ऐसे लगता था कि काश मैं वहाँ प्रेजेंट होती, काश मैं तब गुरुजी को देख पाती, गुरुजी को मत्था टेक पाती। पर अब मुझे ऐसे लगता है कि मैं वहाँ, जब मैं सत्संग सुनती हूँ ध्यान लगा के, कंसंट्रेट करके, तो मुझे ऐसा लगता है मैं वहीं प्रेजेंट हूँ। मैं शुक्राना करती हूँ गुरुजी का कि वो मैं दिन ब दिन और गुरुजी से जुड़ती जा रही हूँ। लख लख शुक्राना है गुरुजी आपका, लख लख शुक्राना है। संगत जी, मेरे बच्चों को गुरुजी ने इतना ब्लेस किया है, वो अपने काम में, अपने कार्य में सफलता की ओर चल रहे हैं। मैं शुक्राना करती हूँ गुरुजी, अपने बच्चों को जो आप तरक्की दे रहे हैं मेरे बच्चों को। लख लख शुक्राना है गुरुजी आपका, लख लख शुक्राना है। ये मेरा छोटा सा शुक्राना सत्संग था। अब मैं अपने सत्संग को यहीं विराम देती हूँ गुरुजी के मंत्र जाप से। ओम नमः शिवाय, शिवजी सदा सहाय। ओम नमः शिवाय, गुरुजी सदा सहाय। ओम नमः शिवाय, शिवजी सदा सहाय। ओम नमः शिवाय, गुरुजी सदा सहाय। जय गुरुजी, जय गुरुजी संगत जी। बहुत बहुत शुक्राना संगत जी सत्संग को सुनने के लिए। आप सबसे रिक्वेस्ट है, चैनल पे नए हैं तो चैनल को सब्सक्राइब कर लें, और अगर आप भी अपना सत्संग शेयर करना चाहते हैं तो आप हमारे व्हाट्सएप नंबर 8755410703 पर अपना सत्संग रिकॉर्ड करके भेज सकते हैं। ईमेल एड्रेस डिटेल्स नीचे डिस्क्रिप्शन बॉक्स में मेंशन है। ध्यान रखें, सत्संग जब भी भेजें शांत वातावरण में बैठकर उसको रिकॉर्ड करें और आपकी आवाज़ में क्लैरिटी हो। जय गुरु जी, शुक्राना गुरु जी। गुरु जी शुक्राना, शुक्राना।